ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੰਗਤ ਜੀ, ਭਾਈ ਲਹਿਣਾ ਜੀ ਦੇ ਆਚਰਣ ਅਤੇ ਗੁਰਮੁਖਤਾ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਸਮਝ ਗਏ ਸਨ ਕਿ ਉਹ ਹੁਣ ਉਹਨਾਂ ਦਾ ਅੰਗ ਬਣ ਚੁੱਕੇ ਹਨ। ਉਹਨਾਂ ਭਾਈ ਲਹਿਣਾ ਜੀ ਦਾ ਨਾਂ ਅੰਗਦ ਰੱਖ ਦਿੱਤਾ ਅਤੇ ਆਪਣੀ ਗੱਦੀ ਉਹਨਾਂ ਨੂੰ ਦੇ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਨਮਸਕਾਰ ਕੀਤੀ ਅਤੇ ਮੱਥਾ ਟੇਕਿਆ। ਸਾਰੇ ਹੈਰਾਨ ਸਨ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਸਾਰੀ ਉਮਰ ਕਿਸੇ ਅੱਗੇ ਝੁਕੇ ਨਹੀਂ ਸਨ, ਆਪਣੇ ਹੀ ਇੱਕ ਸਿੱਖ ਨੂੰ ਮੱਥਾ ਟੇਕ ਰਹੇ ਹਨ। ਪਰ ਹੁਣ ਤਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਵਿੱਚ ਭੇਤ ਨਹੀਂ ਰਿਹਾ ਸੀ। ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਹੋ ਗਏ ਸਨ ਅਤੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਬਣ ਗਏ ਸਨ। ਗੁਰਿਆਈ ਦੇ ਕੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੰਕਰ ਜਾਣ ਵਾਸਤੇ ਕਿਹਾ। ਸਾਰੀਆਂ ਲੋੜੀਂਦੀਆਂ ਸਿੱਖਿਆਵਾਂ ਦੇ ਕੇ ਉਹਨਾਂ ਗੁਰੂ ਅੰਗਦ ਦੇਵ ਜੀ ਨੂੰ ਕਿਹਾ, ਮਾਝੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ। ਇੱਕ ਸੱਚੇ ਸਿੱਖ ਦੀਆਂ ਕੀ ਵਿਸ਼ੇਸ਼ਤਾਵਾਂ ਹਨ, ਇਹ ਤੁਸੀਂ ਭਲੀ ਭਾਂਤ ਜਾਣਦੇ ਹੋ। ਇਹ ਇੱਕ ਪੋਥੀ ਹੈ, ਮੈਂ ਤੁਹਾਨੂੰ ਸੌਂਪਦਾ ਹਾਂ। ਇਸ ਵਿੱਚ ਰੱਬੀ ਬਾਣੀ ਹੈ। ਇਸ ਨੂੰ ਸੰਭਾਲ ਕੇ ਰੱਖਣਾ ਅਤੇ ਇਸ ਦੇ ਹੋਰ ਉਤਾਰੇ ਕਰਵਾ ਕੇ ਆਪਣੇ ਸਿੱਖਾਂ ਵਿੱਚ ਵੰਡ ਦੇਣਾ। ਗੁਰੂ ਅੰਗਦ ਦੇਵ ਜੀ ਕਰਤਾਰਪੁਰ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਲੋਂ ਵਿਛੜਨਾ ਤਾਂ ਨਹੀਂ ਚਾਹੁੰਦੇ ਸੀ, ਪਰ ਜਿਵੇਂ ਆਦੇਸ਼ ਸੀ ਉਸ ਦੀ ਪਾਲਣਾ ਵੀ ਕਰਨੀ ਸੀ। ਗੁਰੂ ਨਾਨਕ ਦੇਵ ਜੀ ਨੇ ਤੋਰਨ ਸਮੇਂ ਉਹਨਾਂ ਨੂੰ ਕਿਹਾ ਕਿ ਸੰਕਰ ਵਿਖੇ ਇੱਕ ਮਾਈ ਬਰਾਈ ਰਹਿੰਦੀ ਹੈ, ਉਸ ਦੇ ਘਰ ਸਾਡਾ ਆਸਣ ਹੈ। ਪਹਿਲਾਂ ਉਸ ਆਸਣ ਤੇ ਜਾ ਕੇ ਬਿਰਾਜਮਾਨ ਹੋਣਾ। ਗੁਰੂ ਅੰਗਦ ਦੇਵ ਜੀ ਕਰਤਾਰਪੁਰ ਤੋਂ ਚੱਲ ਕੇ ਸੰਕਰ ਵਿਖੇ ਮਾਈ ਬਰਾਈ ਦੇ ਘਰ ਜਾ ਬਿਰਾਜੇ। ਮਾਈ ਬਰਾਈ ਕੌਣ ਸੀ? ਮਾਈ ਬਰਾਈ ਜਗੀਰਦਾਰ ਤਖਤ ਮਲ ਦੀ ਧੀ ਸੀ। ਸ਼੍ਰੀ ਤਖਤ ਮਲ 60 ਪਿੰਡਾਂ ਦੇ ਮਾਲਕ ਸਨ ਅਤੇ ਬਾਬਾ ਫੇਰੂ ਮਲ ਕਿਸੇ ਸਮੇਂ ਉਹਨਾਂ ਦੇ ਮੁਨੀਮ ਰਹਿ ਚੁੱਕੇ ਸਨ। ਮਾਈ ਬਰਾਈ ਦੇ 7 ਭਰਾ ਸਨ, ਇਸ ਲਈ ਉਸ ਨੂੰ ਪਹਿਲਾਂ 7 ਭਰਾਈ ਵੀ ਕਿਹਾ ਜਾਂਦਾ ਸੀ, ਜੋ ਬਾਅਦ ਵਿੱਚ ਵਿਗੜਦਾ ਬਰਾਈ ਰਹਿ ਗਿਆ। ਮਾਈ ਬਰਾਈ ਬਾਬਾ ਫੇਰੂ ਮਲ ਦੀ ਧਰਮ ਦੀ ਭੈਣ ਬਣੀ ਸੀ। ਸੰਕਰ ਵਿਆਹੀ ਹੋਈ ਸੀ ਅਤੇ ਇਸਨੇ ਹੀ ਭਾਈ ਲਹਿਣਾ ਜੀ ਦੀ ਸ਼ਾਦੀ ਸੰਕਰ ਵਿਖੇ ਕਰਵਾਈ ਸੀ। ਇੱਕ ਵਾਰ ਗੁਰੂ ਨਾਨਕ ਦੇਵ ਜੀ ਪਿੰਡ ਸੰਕਰ ਵਿਖੇ ਆਏ ਹੋਏ ਸਨ। ਮਾਈ ਬਰਾਈ ਨੇ ਉਹਨਾਂ ਨੂੰ ਆਪਣੇ ਘਰ ਚਰਨ ਪਾਉਣ ਨੂੰ ਕਿਹਾ ਤਾਂ ਗੁਰੂ ਜੀ ਨੇ ਫਰਮਾਇਆ ਸੀ, ਅਸੀਂ ਤੁਹਾਡੇ ਘਰ ਕੇਵਲ ਆਵਾਂਗੇ ਨਹੀਂ, ਬਲਕਿ ਕਈ ਦਿਨ ਵਿਸ਼ਰਾਮ ਕਰਾਂਗੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੂਸਰੀ ਜੋਤ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਘਰ ਆ ਕੇ ਠਹਿਰੇ ਅਤੇ ਉਹਨਾਂ ਮਾਈ ਜੀ ਨੂੰ ਕਹਿ ਦਿੱਤਾ ਕਿ ਕਿਸੇ ਨੂੰ ਵੀ ਉਹਨਾਂ ਦੇ ਇੱਥੇ ਆਉਣ ਬਾਰੇ ਦੱਸਣਾ ਨਹੀਂ, ਕਿਉਂਕਿ ਉਹ ਕੁਝ ਦਿਨ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿਣਗੇ। ਮਾਈ ਬਰਾਈ ਵੀ ਇਸ ਗੱਲ ਦੀ ਪੱਕੀ ਰਹੀ ਅਤੇ ਉਸਨੇ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ। ਜਦ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਪੁੱਛਣ ਆਏ ਤਾਂ ਉਸ ਨੂੰ ਵੀ ਟਾਲ ਦਿੱਤਾ। ਗੁਰੂ ਜੀ ਸਾਰਾ ਦਿਨ ਭਗਤੀ ਵਿੱਚ ਲੀਨ ਰਹਿੰਦੇ ਅਤੇ ਮਾਈ ਬਰਾਈ ਜੀ ਉਹਨਾਂ ਦੀ ਪੂਰੀ ਸੇਵਾ ਕਰਦੀ। ਇੱਕ ਦਿਨ ਮਾਈ ਬਰਾਈ ਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕਰਦਿਆਂ ਕਿਹਾ, ਸੱਚੇ ਪਾਤਸ਼ਾਹ, ਜਦ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਤੁਸੀਂ ਆਏ ਸੀ ਤਾਂ ਤੁਸੀਂ ਬਚਨ ਕੀਤੇ ਸੀ ਕਿ ਮੇਰੇ ਪਾਸ ਹੀ ਟਿਕੋਗੇ, ਪਰ ਤੁਸੀਂ ਤਾਂ ਹੁਣ ਬਲਦੀ ਲੁਕਾਈ ਨੂੰ ਤਾਰਨ ਜਾਣਾ ਹੈ। ਇਸ ਲਈ ਮੈਨੂੰ ਇਹ ਬਚਨ ਦੇਵੋ ਕਿ ਜਦ ਤੁਸੀਂ ਇੱਥੋਂ ਜਾਵੋਗੇ ਤਾਂ ਮੈਂ ਆਪਣੇ ਪ੍ਰਾਣ ਤਿਆਗ ਦੇਵਾਂ ਅਤੇ ਤੁਹਾਡੇ ਹੱਥਾਂ ਵਿੱਚ ਮੇਰੇ ਅੰਤਮ ਸੰਸਕਾਰ ਕੀਤੇ ਜਾਣ। ਗੁਰੂ ਜੀ ਨੇ ਮਾਈ ਬਰਾਈ ਦੀ ਅੰਤਮ ਇੱਛਾ ਪੂਰੀ ਕਰਨ ਦੇ ਬਚਨ ਦੇ ਦਿੱਤੇ।
ਜਦੋਂ ਗੁਰੂ ਅੰਗਦ ਦੇਵ ਜੀ ਮਾਈ ਬਰਾਈ ਦੇ ਕੋਠੇ ਵਿੱਚ ਗੁਪਤ ਬੈਠ ਗਏ ਤਾਂ ਸਿੱਖ ਬਹੁਤ ਵਿਆਕੁਲ ਹੋ ਉੱਠੇ। ਉਹ ਥਾਂ ਥਾਂ ਗੁਰੂ ਜੀ ਦੀ ਭਾਲ ਕਰਦੇ ਰਹੇ, ਪਰ ਗੁਰੂ ਜੀ ਬਾਰੇ ਕੋਈ ਪਤਾ ਨਾ ਲੱਗਾ। ਜਿਵੇਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਗੁਰੂ ਜੀ ਮਾਈ ਬਰਾਈ ਦੇ ਘਰ ਗਏ ਹੋਣਗੇ, ਉਹ ਉੱਥੇ ਵੀ ਆ ਜਾਂਦੇ। ਪਰ ਮਾਈ ਬਰਾਈ ਹੱਥ ਜੋੜ ਕੇ ਖੜੀ ਹੋ ਜਾਂਦੀ ਅਤੇ ਕਹਿੰਦੀ, ਉਹਨਾਂ ਦੀਆਂ ਉਹ ਜਾਣਨ, ਮੈਨੂੰ ਗਰੀਬਣੀ ਨੂੰ ਕੋਈ ਪਤਾ ਨਹੀਂ। ਆਖਰ ਸਾਰੀ ਸੰਗਤ ਇਕੱਠੀ ਹੋ ਕੇ ਬਾਬਾ ਬੁੱਢਾ ਜੀ ਪਾਸ ਗਈ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਕਾਰਜ ਵਿੱਚ ਉਹ ਸਾਡੀ ਸਹਾਇਤਾ ਕਰ ਸਕਦੇ ਹਨ। ਬਾਬਾ ਬੁੱਢਾ ਜੀ ਗੁਰੂ ਜੀ ਦੇ ਅਲੋਪ ਹੋ ਜਾਣ ਬਾਰੇ ਆਪ ਫਿਕਰਮੰਦ ਸਨ। 6 ਮਹੀਨੇ ਬੀਤ ਗਏ ਸਨ, ਪਰ ਗੁਰੂ ਜੀ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਸੀ ਲੱਗਾ। ਬਾਬਾ ਬੁੱਢਾ ਜੀ ਨੇ ਸੰਗਤ ਦੀ ਬੇਨਤੀ ਮੰਨ ਲਈ ਅਤੇ 5 ਸਿੱਖਾਂ ਅਤੇ ਰਬਾਬੀ ਬਲਵੰਟ ਨੂੰ ਨਾਲ ਲੈ ਕੇ ਉਹ ਲੱਭਣ ਲਈ ਚੱਲ ਪਏ। ਬਾਬਾ ਬੁੱਢਾ ਜੀ ਦਾ ਪੱਕਾ ਯਕੀਨ ਸੀ ਉਹ ਸੰਗਰ ਵਿਖੇ ਮਾਈ ਬਰਾਈ ਦੇ ਘਰ ਹੀ ਹੋਣਗੇ, ਇਸ ਲਈ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹ ਸਿੱਧੇ ਸੰਕਰ ਪੁੱਜੇ। ਜਦੋਂ ਮਾਈ ਬਰਾਈ ਨੂੰ ਇਹ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਆਪ ਉਸ ਦੇ ਘਰ ਵੱਲ ਆ ਰਹੇ ਹਨ ਤਾਂ ਉਹ ਉਹਨਾਂ ਨੂੰ ਅੱਗੋਂ ਜਾ ਮਿਲੀ। ਮਾਈ ਬਰਾਈ ਦੇ ਚਿਹਰੇ ਵੱਲ ਦੇਖ ਕੇ ਬਾਬਾ ਬੁੱਢਾ ਜੀ ਜਾਣ ਗਏ ਸਨ ਕਿ ਸਤਿਗੁਰ ਜੀ ਇੱਥੇ ਹੀ ਹਨ। ਜਦੋਂ ਸਾਰਿਆਂ ਨੇ ਮਾਈ ਜੀ ਨੂੰ ਗੁਰੂ ਬਾਰੇ ਪੁੱਛਿਆ ਤਾਂ ਉਹ ਬੋਲੀ, ਉਹ ਆਪ ਹੀ ਆਪਣੇ ਬਾਰੇ ਜਾਣਦੇ ਹਨ ਕਿ ਉਹਨਾਂ ਨੇ ਸੰਗਤ ਦੇ ਵਿੱਚ ਕਦੋਂ ਵਿਚਰਨਾ ਹੈ, ਇਸ ਲਈ ਜਿੱਦ ਚੰਗੀ ਨਹੀਂ, ਸਾਨੂੰ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਇਹ ਸੁਣ ਕੇ ਬਾਬਾ ਬੁੱਢਾ ਜੀ ਬੋਲੇ, ਆਪਣੇ ਸਵਾਮੀ ਨੂੰ ਪੁਕਾਰਨਾ ਰਜ਼ਾ ਦੇ ਉਲਟ ਨਹੀਂ। ਜੇ ਤੁਹਾਨੂੰ ਦੱਸਣ ਦੀ ਮਨਾਹੀ ਹੈ ਤਾਂ ਅਸੀਂ ਆਪ ਹੀ ਭਾਲ ਲੈਨੇ ਹਾਂ। ਉਹ ਆਪਣੇ ਨਾਲ ਰਵਾਬੀ ਬਲਵੰਟ ਨੂੰ ਲਿਆਏ ਸਨ। ਉਹਨਾਂ ਉਸ ਨੂੰ ਰਵਾਬ ਵਜਾਉਣ ਅਤੇ ਸ਼ਬਦ ਦਾ ਗਾਇਨ ਕਰਨ ਵਾਸਤੇ ਕਿਹਾ। ਜਦੋਂ ਰਵਾਬੀ ਨੇ ਸ਼ਬਦ ਗਾਇਆ ਤਾਂ ਗੁਰੂ ਜੀ ਬਾਹਰ ਆ ਗਏ। ਉਹ ਸਭ ਵੇਖ ਕੇ ਮੁਸਕਰਾ ਪਏ ਅਤੇ ਬੋਲੇ, ਤੁਸੀਂ ਅਸਲੀ ਗੱਲ ਨੂੰ ਲੱਭ ਲਿਆ ਹੈ। ਜੇ ਗੁਰੂ ਨੂੰ ਪਾਉਣਾ ਹੋਵੇ ਤਾਂ ਕੀਰਤਨ ਕਰੋ। ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਬਾਹਰ ਚੱਲਣ ਦੀ ਬੇਨਤੀ ਕੀਤੀ। ਗੁਰੂ ਜੀ ਹੱਲੇ ਬਾਹਰ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਮਾਈ ਬਰਾਈ ਨੇ ਪ੍ਰਾਣ ਤਿਆਗ ਦਿੱਤੇ। ਸਾਰੇ ਹੈਰਾਨ ਰਹਿ ਗਏ। ਗੁਰੂ ਜੀ ਨੇ ਆਪਣੀ ਨਿਗਰਾਨੀ ਵਿੱਚ ਮਾਈ ਬਰਾਈ ਦਾ ਸੰਸਕਾਰ ਕੀਤਾ। ਇਸ ਕਾਰਜ ਤੋਂ ਵਿਹਲੇ ਹੋ ਕੇ ਸਾਰਿਆਂ ਨੇ ਸਲਾਹ ਮਸ਼ਵਰਾ ਕੀਤਾ ਕਿ ਗੁਰੂ ਜੀ ਨੂੰ ਸੌਂਪੇ ਹੋਏ ਕੰਮ ਨੂੰ ਅੱਗੇ ਵਧਾਉਣ ਲਈ ਇੱਥੇ ਡੇਰਾ ਜਮਾਉਣਾ ਚਾਹੀਦਾ ਹੈ। ਬਾਬਾ ਬੁੱਢਾ ਜੀ ਨੇ ਸਲਾਹ ਦਿੱਤੀ ਕਿ ਪਿੰਡ ਖਡੂਰ ਦੇ ਬਾਹਰ ਇੱਕ ਉੱਚਾ ਟਿੱਬਾ ਹੈ। ਉਸ ਟਿੱਬੇ ਦਾ ਮਾਲਕ ਵੀ ਗੁਰੂ ਦਾ ਸਿੱਖ ਹੈ। ਸਿੱਖੀ ਮਿਸ਼ਨ ਅੱਗੇ ਤੋਰਨ ਲਈ ਉੱਥੇ ਟਿਕਾਣਾ ਬਣਾਉਣਾ ਚਾਹੀਦਾ ਹੈ। ਸਾਰੇ ਇਸ ਗੱਲ ਨਾਲ ਸਹਿਮਤ ਹੋ ਗਏ ਅਤੇ ਕੁਝ ਸਮੇਂ ਵਿੱਚ ਹੀ ਧਰਮਸ਼ਾਲਾ ਤਿਆਰ ਹੋ ਗਈ। ਲੰਗਰਖਾਨੇ ਬਣ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਖਡੂਰ ਸਾਹਿਬ ਵਿਖੇ ਆਉਣ ਲੱਗ ਪਈਆਂ। ਗੁਰੂ ਨਾਨਕ ਦੇਵ ਜੀ ਦੇ ਸਿੱਖ ਜਿਹੜੇ ਕਰਤਾਰਪੁਰ ਜਾਇਆ ਕਰਦੇ ਸਨ, ਹੁਣ ਖਡੂਰ ਸਾਹਿਬ ਆਉਣ ਲੱਗ ਪਏ। ਕੁਝ ਸਮੇਂ ਵਿੱਚ ਹੀ ਖਡੂਰ ਸਾਹਿਬ ਗੁਰੂ ਦੀ ਨਗਰੀ ਕਰਤਾਰਪੁਰ ਵਿੱਚ ਹੀ ਬਦਲ ਗਿਆ। ਦੂਸਰੇ ਸਤਿਗੁਰ ਦੇ ਦਰਸ਼ਨ ਕਰਨੇ ਦੇ ਲਈ ਸਾਰੇ ਹਿੰਦੁਸਤਾਨ ਤੋਂ ਸਿੱਖ ਆਉਣ ਲੱਗੇ। ਸਤਿਨਾਮ ਸ੍ਰੀ ਵਾਹਿਗੁਰੂ ਜੀ।